ਸਤਿ ਸ਼੍ਰੀ ਅਕਾਲ। ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ। ਅਕਸਰ ਅਖਬਾਰਾਂ ਦੇ ਵਿੱਚ ਖਬਰਾਂ ਤੇ ਟੀਵੀ ਮੀਡੀਆ ਹੋਵੇ ਚਾਹੇ ਸੋਸ਼ਲ ਮੀਡੀਆ ਲਗਾਤਾਰ ਵਾਇਰਲ ਹੁੰਦੀਆਂ ਨੇ ਕਿ ਰੰਗਰਲੀਆਂ ਮਨਾਉਂਦਾ ਕੋਈ ਫੜਿਆ ਗਿਆ। ਹਰ ਕੋਈ ਦੇਖਦਾ ਵੀ ਹੈ ਵੀ ਕਿਹੜਾ ਸੀ ਰੰਗਰਲੀਆਂ ਮਨਾਉਣ ਵਾਲਾ। ਉਦੋਂ ਬਾਅਦ ਜਿਹੜਾ ਉਸ ਜੇ ਕਹੀਏ ਬੰਦਾ ਜਾਂ ਜਨਾਨੀ, ਮੁੰਡਾ ਜਾਂ ਕੁੜੀ ਕਿਸੇ ਤੇ ਵੀ ਜਿਸ ਤਰ੍ਹਾਂ ਦੇ ਨਾਲ ਪੁਲਿਸ ਦਾ ਕੰਮ ਸ਼ੁਰੂ ਹੋ ਜਾਂਦਾ ਹੈ, ਉਹ ਉਸ ਪਾਸੇ ਉਲਝ ਕੇ ਰਹਿ ਇਹ ਕਿ ਆਖਰਕਾਰ ਕਾਨੂੰਨ ਕਹਿੰਦਾ ਤਾਂ ਬਹੁਤ ਕੁਛ ਆ, ਪਰ ਜਿੰਨਾ ਚਿਰ ਸਮਝ ਨਾ ਲੱਗੇ ਖੈਰ ਕਹਿੰਦੇ ਹੁੰਦੇ ਨੇ ਉਹਨਾਂ ਚਿਰ ਕੋਈ ਫਾਇਦਾ ਨਹੀਂ ਨਿਕਲਦਾ ਤੇ ਪੁਲਿਸ ਲਗਾਤਾਰ ਆਪਦੀ ਗੱਲ ਕਹਿੰਦੀ ਹੈ। ਅਭਿਸ਼ੇਕ ਜਿੰਦਲ ਸਾਡੇ ਨਾਲ ਨੇ। ਇਹ ਜਿਹੜੀ ਬੁੱਕ ਉਹਨਾਂ ਨੇ ਲਿਖੀ ਹੈਗੀ, ਜਿੰਦਲ ਸਾਹਿਬ ਦੇਖਿਆ ਜਾਵੇ ਇਹ ਆਮ ਹੀ ਚੀਜ਼ ਹੈ। ਲੋਕ ਜਦੋਂ ਪੜ੍ਹਦੇ ਨੇ ਖੈਰ ਪੜ੍ਹ ਕੇ ਚਟਕਾਰੇ ਤਾਂ ਜ਼ਰੂਰ ਲਏ ਜਾ ਸਕਦੇ ਨੇ, ਪਰ ਜਿੱਤੇ ਬੀਤਦੀ ਆ ਉਹਨੂੰ ਪਤਾ ਲੱਗਦਾ ਕਿ ਪੁਲਿਸ ਕਿਸ ਤਰ੍ਹਾਂ ਦੇ ਨਾਲ ਫੜਦੀ ਹੈ। ਥੋੜ੍ਹਾ ਜਿਹਾ ਕਿਤਾਬ 'ਚ ਦੱਸ ਦਿਓ ਵੀ ਟੋਟਲੀ ਜੇ ਕੋਈ ਪੜ੍ਹਦਾ ਹੈ, ਜਿਹੜੇ ਸ਼ੌਕੀਨ ਕਹਿ ਲਓ ਜਾਂ ਫਿਰ ਕੋਈ ਰਿਲੇਸ਼ਨਸ ਹੁੰਦੇ ਨੇ ਬਾਅਦ 'ਚ ਸਥਿਤੀਆਂ ਬਦਲ ਜਾਂਦੀਆਂ ਨੇ, ਉਹ ਪੜ੍ਹ ਕੇ ਆਖਰਕਾਰ ਪੁਲਿਸ ਦੇ ਉਸ ਸਿਸਟਮ ਤੋਂ ਬਚ ਸਕਦੇ ਨੇ ਜਿਹਦੇ ਨਾਲ ਸ਼ਾਇਦ ਕੋਰਟਾਂ ਤੱਕ ਕਹਾਣੀ ਪਹੁੰਚ ਜਾਂਦੀ ਹੈ। ਬਿਲਕੁਲ ਸਰ, ਜਿਹੜੀ ਆਪਣੀ ਇਹ ਕਿਤਾਬ ਹੈ ਸਰ, ਇਹਦੇ ਵਿੱਚ ਆਪਾਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਆਮ ਆਦਮੀ ਕੀ ਤਕਲੀਫਾਂ ਝੇਲਦਾ ਪੁਲਿਸ ਦੇ ਹੱਥੇ। ਸਾਲ 2 ਸਾਲ 3 ਸਾਲ ਦੇ ਟਰਾਇਲ ਭੁਗਤਣ ਤੋਂ ਬਾਅਦ ਉਹ ਦੁਬਾਰਾ ਸੁਸਾਇਟੀ 'ਚ ਆਉਂਦਾ ਹੈ ਤੇ ਉਹਨੂੰ ਕਿੱਦਾਂ ਦਾ ਬਿਹੇਵੀਅਰ ਦੇਖਣਾ ਪੈਂਦਾ ਹੈ ਡਿਊਰਿੰਗ ਦੀ ਟਰਾਇਲ। ਜਦ ਉਹਦਾ ਟਰਾਇਲ ਚੱਲ ਰਿਹਾ ਹੁੰਦਾ ਕੋਰਟ 'ਚ, ਉਹਦੇ ਨਾਲ ਕੀ ਵਰਤਾਵ ਹੁੰਦਾ ਹੈ। ਉਸ ਚੀਜ਼ ਮੈਂਟਲ ਹਰਾਸਮੈਂਟ ਦੀ ਕਦੇ ਵੀ ਪਰ ਆਪਣਾ ਪੂਰਾ ਨਹੀਂ ਹੁੰਦੀ। ਉਹ ਕਦੇ ਵੀ ਬੰਦੇ ਨੂੰ ਉਹਦਾ ਕੰਪਨਸੇਸ਼ਨ ਜਾਂ ਰੀਪੇਟਰੀਏਸ਼ਨ ਇਨ ਟਰਮਸ ਆਫ ਮਾਈਂਡ ਔਰ ਮਨੀ ਕਦੇ ਨਹੀਂ ਮਿਲਦਾ। ਇਹਦੇ ਵਿੱਚ ਆਪਾਂ ਜਿੱਦਾਂ ਕਿ ਟੌਪਿਕ ਕਵਰ ਕੀਤੇ ਆ ਜੀ ਪ੍ਰੋਸਟੀਟਿਊਸ਼ਨ ਦੇ। ਹੁਣ ਸਰ ਪ੍ਰੋਸਟੀਟਿਊਸ਼ਨ ਇੱਕ ਕੁੜੀ ਜਾਂ ਲੇਡੀ, ਪਹਿਲਾਂ ਤਾਂ ਆਪਾਂ ਇਹ ਸਮਝੇ ਪ੍ਰੋਸਟੀਟਿਊਸ਼ਨ ਚੀਜ਼ ਕੀ ਹੈ ਸਰ। ਪ੍ਰੋਸਟੀਟਿਊਸ਼ਨ ਪੂਰੇ ਵਰਲਡ ਦਾ ਸਭ ਤੋਂ ਓਲਡੈਸਟ ਪ੍ਰੋਫੈਸ਼ਨ ਹੈ। ਇਹ ਉਸ ਵੇਲੇ ਦਾ ਸਦੀਆਂ ਤੋਂ ਕੀਤਾ ਜਾ ਰਿਹਾ ਹੈ ਤੇ ਇਸ ਪ੍ਰੋਫੈਸ਼ਨ ਦੇ ਵਿੱਚ ਜਿਹੜੀ ਲੜਕੀਆਂ ਵਿਚਾਰੀਆਂ ਪੈ ਜਾਂਦੀਆਂ ਨੇ ਜਾਂ ਫਿਰ ਜਿਨ੍ਹਾਂ ਨੂੰ ਇਹਨਾਂ ਨਾਲ ਇਮੋਰਲ ਟ੍ਰੈਫਿਕ ਮਜਬੂਰੀ ਹੁੰਦੀ ਹੈ, ਚਾਹੇ ਪੈਸੇ ਦੀ, ਚਾਹੇ ਕੋਈ ਵੇਚ ਦਿੰਦਾ। ਕਈ ਸੁਸਾਇਟੀਆਂ ਦੇ ਵਿੱਚ ਰਿਲੇਟਿਵਸ ਆਪਣੇ ਬੱਚਿਆਂ ਨੂੰ ਵੇਚ ਵੀ ਦਿੰਦੇ ਨੇ ਤੇ ਉਹਨਾਂ ਦੇ ਵਿੱਚ ਪੁਲਿਸ ਵਾਲੇ ਉਹਨਾਂ ਨੂੰ ਕਿੱਦਾਂ ਸ਼ੋਸ਼ਣ ਕਰਦੇ ਨੇ, ਉਹ ਸਾਰੀ ਚੀਜ਼ਾਂ ਆਪਾਂ ਇਹਦੇ ਵਿੱਚ ਡਿਸਕਸ ਕੀਤੀਆਂ ਹੋਈਆਂ ਨੇ। ਦੇਖਿਆ ਜਾਵੇ ਕਾਨੂੰਨ ਦੇ ਦਾਇਰੇ ਦੇ ਵਿੱਚ ਕੋਈ ਲੈਂਗੁਏਜ ਹੈਗੀ ਹੈ ਕਿ ਇਸ ਨੂੰ ਕੋਈ ਮਾਨਤਾ ਦਿੱਤੀ ਹੋਈ ਹੈਗੀ ਹੈ ਕੋਈ, ਜਾਂ ਫਿਰ ਕਹਿ ਸਕਦੇ ਆ ਵੀ ਪ੍ਰੋਸਟੀਟਿਊਸ਼ਨ ਬਕਾਇਦਾ ਤੌਰ ਤੇ ਕਹਿ ਸਕਦਾ ਵੀ ਹਾਂ ਇਹ ਪ੍ਰੋਸਟੀਟਿਊਟ ਹੈ, ਪਰ ਉਹਦੇ ਕੋਈ ਰਾਈਟਸ ਹੈਗੇ ਨੇ? ਸਰ ਪ੍ਰੋਸਟੀਟਿਊਸ਼ਨ ਆਪਾਂ ਜੇ ਦੇਖਿਆ ਜਾਵੇ ਤਾਂ ਇਮੋਰਲ ਟ੍ਰੈਫਿਕ ਐਕਟ ਹੈਗਾ ਜੀ। ਉਸ ਐਕਟ ਦੇ ਤਹਿਤ ਪ੍ਰੋਸਟੀਟਿਊਸ਼ਨ ਨੂੰ ਬੈਨ ਕੀਤਾ ਹੋਇਆ। ਉਹਦਾ ਕਾਰਨ ਹੈ ਕਿਉਂਕਿ ਆਪਣੀ ਸੁਸਾਇਟੀ ਇੰਕਰੀਜ਼ ਹੌਲੀ ਹੌਲੀ ਵੱਧ ਰਹੀ ਹੈ। ਆਪਣੀ ਸੁਸਾਇਟੀ ਦਾ ਲੈਵਲ ਇੰਕਰੀਜ਼ ਹੋ ਰਿਹਾ ਤੇ ਹਰ ਸੁਸਾਇਟੀ ਦੇ ਵਿੱਚ ਆਦਮੀ ਨੂੰ ਆਪਣੇ ਮਿਹਨਤ ਨਾਲ ਕੰਮ ਕਰਨਾ ਚਾਹੀਦਾ ਤੇ ਇਹ ਚੀਜ਼ ਨੂੰ ਸਟਾਪ ਕਰਨ ਲਈ ਪ੍ਰੋਸਟੀਟਿਊਸ਼ਨ ਨੂੰ ਇਮੋਰਲ ਟ੍ਰੈਫਿਕ ਐਕਟ ਦੇ ਤਹਿਤ ਇਹਨੂੰ ਇਲੀਗਲ ਡਿਕਲੇਅਰ ਕੀਤਾ ਜਾਂਦਾ ਹੈ। ਲੇਕਿਨ ਜੇ ਆਪਾਂ ਆਈਟੀ ਐਕਟ ਵੀ ਦੇਖੀਏ ਤਾਂ ਜਿਹੜੇ ਲੋਕੀ ਇਸ ਪ੍ਰੋਸਟੀਟਿਊਸ਼ਨ ਨੂੰ ਐਜ਼ ਏ ਪ੍ਰੋਫੈਸ਼ਨ ਚਲਾਉਂਦੇ ਨੇ, ਮਤਲਬ ਮਜਬੂਰੀ ਬੰਦੇ ਨੂੰ ਹੋ ਸਕਦੀ ਹੈ ਸਰ, ਮਜਬੂਰੀ ਹੋਵੇ 5 ਸਾਲ ਹੋਵੇ 2 ਸਾਲ ਹੋਵੇ 3 ਸਾਲ ਹੋਵੇ, ਬਟ ਇਹ ਕਈ ਜੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਪਿੰਪਸ ਕਹਿੰਦੇ ਨੇ, ਉਹ ਇਹਨੂੰ ਰੈਕਟ ਦੇ ਤੌਰ ਤੇ ਚਲਾਉਂਦੇ ਨੇ। ਰੈਕਟ ਦੇ ਤੌਰ ਤੇ ਚਲਾਉਂਦੇ ਨੇ ਤੇ ਫਿਰ ਲੋਕਾਂ ਨੂੰ ਇਹਦੇ ਵਿੱਚ ਫਸਾਉਂਦੇ ਨੇ। ਜਿੱਦਾਂ ਤੁਸੀਂ ਕਿਸੇ ਨਾਲ ਸੰਭੋਗ ਕਰ ਲਿਆ, ਠੀਕ ਹੈ ਨਾ ਜੀ, ਉਹ ਬਾਅਦ 'ਚੋਂ ਕੀ ਹੁੰਦਾ ਹੈ, ਉਹ ਕਹਿੰਦੀ ਹੈ ਕਿ ਮੈਂ ਤੇਰੀ ਫੋਟੋਆਂ ਖਿੱਚ ਲੀਆਂ, ਮੈਂ ਤੇਰੇ ਪਰਿਵਾਰ ਵਾਲੇ ਨੂੰ ਐਕਸਟੋਰਟ ਕਰਾਂਗੀ। ਹੁਣ ਇਹ ਚੀਜ਼ਾਂ ਆਪਾਂ ਕਿੱਦਾਂ ਰਿਡਿਊਸ ਕਰ ਸਕਦੇ ਹਾਂ? ਅੱਛਾ, ਇਹਨਾਂ ਚੀਜ਼ਾਂ ਦੇ ਵਿੱਚ ਪੁਲਿਸ ਦਾ ਰੋਲ ਬਹੁਤ ਅਹਿਮ ਹੁੰਦਾ ਹੈ। ਆਪਣੀਆਂ ਇਨਵੈਸਟੀਗੇਟਿੰਗ ਅਥਾਰਟੀਜ਼ ਹੁੰਦੀਆਂ ਨੇ, ਉਹਨਾਂ ਦਾ ਰੋਲ ਬਹੁਤ ਅਹਿਮ ਹੁੰਦਾ ਹੈ। ਜੇ ਉਹ ਆਪਣਾ ਦਿਮਾਗ ਨੂੰ 1857 ਜਾਂ 1861 ਦੀ ਆਈਪੀਸੀ ਦੇ ਰੂਲਸ ਜਦ ਬਣਾਈ ਗਈ ਸੀ, ਉਹਦੇ ਰੂਲਸ ਦੇ ਤਹਿਤ ਗੋਰਿਆਂ ਨੇ ਬਣਾਈ ਸੀਗੀ, ਬ੍ਰਿਟਿਸ਼ਰਸ ਨੇ ਬਣਾਈ ਸੀਗੀ ਹਿੰਦੁਸਤਾਨ ਦੇ ਲੋਕਾਂ ਨੂੰ ਸਬਜੂਗੇਟ ਕਰਨ ਲਈ, ਉਹਨਾਂ ਨੂੰ ਦਬਾਉਣ ਲਈ। ਬਟ ਅੱਜ ਦੀ ਪੁਲਿਸ ਉਹਨਾਂ ਹੀ ਕਾਨੂੰਨਾਂ ਨਾਲ ਹਿੰਦੁਸਤਾਨ ਦੇ ਲੋਕਾਂ ਨੂੰ ਫੇਰ ਦਬਾਈ ਜਾਂਦੀ ਹੈ। ਇਹਨਾਂ ਦੇ ਵਿੱਚ ਪੁਲਿਸ ਰਿਫਾਰਮਸ ਦੀ ਵੀ ਅਸੀਂ ਗੱਲ ਕੀਤੀ ਹੈ ਵੀ ਇਨਵੈਸਟੀਗੇਸ਼ਨ ਕਿੱਦਾਂ ਕੰਡਕਟ ਕਰਨੀ ਚਾਹੀਦੀ ਹੈ। ਆਪਣੀ ਸੁਪਰੀਮ ਕੋਰਟ ਆਫ ਇੰਡੀਆ ਦੀਆਂ, ਲਾਅ ਕਮਿਸ਼ਨ ਦੀਆਂ, ਨੈਸ਼ਨਲ ਹਿਊਮਨ ਰਾਈਟਸ ਦੀ ਰਿਪੋਰਟਾਂ ਜਾਂ UN ਦੀ ਵੀ ਆਪਾਂ ਜੇ ਗੱਲ ਕਰੀਏ ਤਾਂ ਆਪਣੇ ਇੰਡੀਆ ਦੇ ਵਿੱਚ ਪੁਲਿਸ ਨੂੰ ਲੀਗਲ ਪੁਲਿਸਿੰਗ ਕਰਨੀ ਚਾਹੀਦੀ ਹੈ, ਮੋਰਲ ਪੁਲਿਸਿੰਗ ਤੇ ਸੋਸ਼ਲ ਪੁਲਿਸਿੰਗ ਨਹੀਂ ਕਰਨੀ ਚਾਹੀਦੀ। ਦੂਜੀ ਇੱਕ ਹੋਰ ਬੜੀ ਇੰਪੋਰਟੈਂਟ ਟੌਪਿਕ ਹੈਗਾ ਜੀ, ਉਹ ਰਨ ਅਵੇ ਕਪਲਸ ਦਾ। ਸਰ ਰਨ ਅਵੇ ਕਪਲ ਸਰ, ਮੁੰਡੇ ਕੁੜੀ ਨੇ ਭੱਜ ਕੇ ਵਿਆਹ ਕਰਾ ਲਿਆ। ਹਰ ਬੰਦੇ ਦੀ ਅੱਡ ਸੁਸਾਇਟੀ ਹੁੰਦੀ ਹੈ, ਕੋਈ ਜੱਟ ਹੈ, ਕੋਈ ਘੁਮਾਰ ਹੈ, ਕੋਈ ਕੁਛ ਹੈ ਜੀ, ਤੇ ਉਹਨਾਂ ਦੇ ਨਾ ਜਿਹੜੇ ਕਮਿਊਨਿਟੀ ਦੇ ਜਿਹੜੇ ਪ੍ਰਭਾਵਸ਼ਾਲੀ ਲੋਕੀ ਹੁੰਦੇ ਨੇ ਉਹ ਠੇਕੇਦਾਰ ਬਣ ਜਾਂਦੇ ਨੇ ਤੇ ਫਿਰ ਉਹ ਆਪਣੇ ਤਰੀਕੇ ਨਾਲ ਸੁਸਾਇਟੀ ਨੂੰ ਚਲਾਉਂਦੇ ਨੇ ਤੇ ਇਹਨਾਂ ਨੂੰ ਧਮਕੀਆਂ ਵੀ ਮਿਲਦੀਆਂ ਨੇ। ਚੰਡੀਗੜ੍ਹ ਤਾਂ ਸਰ ਹੱਬ ਬਣ ਚੁੱਕਿਆ ਇਸ ਚੀਜ਼ ਦਾ। ਚੰਡੀਗੜ੍ਹ ਤਾਂ ਇੰਨਾ ਹੱਬ ਬਣ ਚੁੱਕਿਆ ਕਿ ਆਪਣੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕਿਸੇ ਵੀ ਪੰਡਤ ਨੂੰ ਜਾਂ ਕਿਸੇ ਵੀ ਇਹੋ ਜਿਹੇ ਰਿਲੀਜੀਅਸ ਮੈਨ ਨੂੰ 2 ਲੋਕਾਂ ਦਾ ਵਿਆਹ, ਆਰੀਆ ਸਮਾਜ ਵਗੈਰਾ ਨੂੰ 2 ਲੋਕਾਂ ਦਾ ਵਿਆਹ
ਸੋਲਮਨਾਈਜ਼ ਕਰਾਉਣ ਦੀ ਛੂਟ ਜਿਹੜੀ ਪਹਿਲਾਂ ਥੋੜੀ ਬਹੁਤ ਮੰਨ ਲੈਂਦੇ ਸੀਗੇ, ਹੁਣ ਉਹ ਮੰਨਣੀ ਵੀ ਬੰਦ ਕਰਤੀ ਆ ਉਹਨਾਂ ਨੇ। ਕਾਰਨ ਯਾਨੀ ਕਿ ਜੇ ਕੋਈ ਉਰੇ ਮੁੰਡਾ ਕੁੜੀ ਵਿਆਹ ਕਰਾਉਂਦੇ ਨੇ ਮੰਦਿਰ 'ਚ ਜਾਂ ਗੁਰਦੁਆਰਾ ਸਾਹਿਬ 'ਚ ਜਾਂ ਕਿਤੇ ਵੀ, ਤਾਂ ਆਖਰਕਾਰ ਕੀ ਉਹ ਮੰਨੀ ਨਹੀਂ ਜਾਂਦੀ ਹੈ? ਨਹੀਂ ਨਹੀਂ, ਉਹ ਮੰਨੀ ਜਾਂਦੀ ਹੈ ਸਰ। ਮੈਂ ਇਹ ਕਹਿ ਰਿਹਾ ਕਿ ਕਈ ਲੋਕਾਂ ਨੇ ਇਸ ਚੀਜ਼ ਨੂੰ ਬਿਲਕੁਲ ਹੀ ਪਿਓਰ ਪ੍ਰੋਫੈਸ਼ਨ ਬਣਾ ਲਿਆ, ਜਿਨ੍ਹਾਂ ਕੋਲ ਲਾਇਸੈਂਸੀ ਕੋਈ ਰਜਿਸਟ੍ਰੇਸ਼ਨ ਦੇ ਲਈ ਕੋਈ ਉਹਨਾਂ ਕੋਲ ਲਾਇਸੈਂਸ ਨਹੀਂ ਹੈ, ਬਸ ਆਪੇ ਹੀ ਆਪਣੇ ਆਪ ਆਗੇ ਇੱਕ ਦਿਨ ਸਵੇਰੇ ਸੂਟ ਪਾ ਕੇ ਤੇ ਲੋਕਾਂ ਦੇ ਵਿਆਹ ਕਰਾਉਣ ਲੱਗ ਜਾਂਦੇ ਨੇ। ਉਹਨਾਂ ਕੋਲ ਕੋਈ ਅਥਾਰਟੀ ਨਹੀਂ ਹੈ ਸਰ। ਅਥਾਰਟੀ ਹੁੰਦੀ ਹੈ ਮੰਦਰਾਂ ਕੋਲ, ਹੁੰਦੀ ਹੈ ਗੁਰਦੁਆਰਿਆਂ ਕੋਲ, ਹੁੰਦੀ ਹੈ ਮਸਜਿਦਾਂ ਕੋਲ, ਹੁੰਦੀ ਹੈ ਜਾਂ ਜਿਨ੍ਹਾਂ ਲੋਕਾਂ ਨੇ ਪ੍ਰੋਪਰ ਲਾਇਸੈਂਸ ਲਿੱਤਾ ਹੁੰਦਾ ਹੈ, ਜਿਹੜੀ ਕੋਰਟ 'ਚ ਜਾ ਕੇ ਤੁਸੀਂ ਵਿਆਹ ਕਰਾਓ, ਉਹ ਸਾਰੇ ਮੰਨੇ ਨੇ। ਉਹਨਾਂ ਸਾਰੇ ਕੇਸਿਸ ਦੇ ਵਿੱਚ ਆਪਣੀ ਪੰਜਾਬ ਹਰਿਆਣਾ ਹਾਈ ਕੋਰਟ ਪ੍ਰੋਟੈਕਸ਼ਨ ਦਿੰਦੀ ਹੈ। ਬਟ ਕੁਛ ਇੱਕ ਇਹੋ ਜਿਹੇ ਕੇਸਿਸ ਹੁੰਦੇ ਨੇ ਜਿਹਦੇ ਵਿੱਚ ਡਿਸਪਾਈਟ ਦੀ ਐਕਚੁਅਲ ਥ੍ਰੈਟ ਪਰਸੈਪਸ਼ਨ ਵੀ ਕਈ ਬੰਦਿਆਂ ਨੂੰ ਤੇ ਕੁੜੀਆਂ ਨੂੰ, ਕਪਲਸ ਨੂੰ ਪ੍ਰੋਟੈਕਸ਼ਨ ਨਹੀਂ ਮਿਲ ਪਾਉਂਦੀ। ਤੇ ਉਸ ਚੀਜ਼ ਨੂੰ ਅਸੀਂ ਕ੍ਰਿਟਿਸਾਈਜ਼ ਵੀ ਕੀਤਾ ਸਰ ਇਸ ਬੁੱਕ 'ਚ। ਇੱਦਾਂ ਨਹੀਂ ਹੈ ਵੀ ਅਸੀਂ ਸਿਰਫ ਪੁਲਿਸ ਵਾਲਿਆਂ ਨੂੰ ਕ੍ਰਿਟਿਸਾਈਜ਼ ਕੀਤਾ, ਅਸੀਂ ਆਪਣੀ ਫੀਲਡ ਲੀਗਲ ਫੀਲਡ ਨੂੰ ਵੀ ਕ੍ਰਿਟਿਸਾਈਜ਼ ਕੀਤਾ ਕਿ ਸਾਨੂੰ ਵੀ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਹੈ। ਦੇਖੋ ਸਰ, ਕੇਸਿਸ ਦੀ ਪੈਂਡੈਂਸੀ ਬਹੁਤ ਹਾਈ ਹੈ। ਰੋਜ਼ ਆਪਾਂ ਅਖਬਾਰਾਂ 'ਚ ਪੜ੍ਹਦੇ ਹਾਂ ਵੀ ਇੰਨੇ ਕਰੋੜ ਕੇਸ ਆਪਣੇ ਪੈਂਡਿੰਗ ਨੇ, ਹਾਈ ਕੋਰਟ 'ਚ ਇੰਨੇ ਲੱਖਾਂ ਕੇਸ ਪੈਂਡਿੰਗ ਨੇ। ਬਟ ਆਪਾਂ ਇੰਨੇ ਇੱਕ ਸਮਝਦਾਰੀ ਨਾਲ ਕੰਮ ਕਰੀਏ ਵੀ ਹਰ ਇੱਕ ਵਿਅਕਤੀ ਨੂੰ ਜਿਹੜਾ ਪ੍ਰੋਟੈਕਸ਼ਨ ਮੰਗਦਾ ਹੈ ਉਹਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਕੋਰਟ ਕਰਾਏ। ਇਹ ਪ੍ਰਾਇਮਰੀ ਡਿਊਟੀ ਹੁੰਦੀ ਹੈ ਸਰ। ਸੈਸ਼ਨ ਕੋਰਟ ਨੂੰ ਵੀ ਪਾਵਰ ਹੈ ਸਰ ਪ੍ਰੋਟੈਕਸ਼ਨ ਦੇਣ ਦੀ CRPC 'ਚ, ਤੇ ਹਾਈ ਕੋਰਟ ਨੂੰ ਪਾਵਰ ਹੈ ਸਰ, ਇਨਹੈਰੈਂਟ ਪਾਵਰ ਹੈ CRPC 'ਚ 482 ਦਾ ਸੈਕਸ਼ਨ 482 ਹੈ। ਦੱਸੋ ਕਿ ਜਿਹੜੇ ਮੁੰਡਾ ਕੁੜੀ ਜਿਵੇਂ ਭੱਜ ਕੇ ਵਿਆਹ ਕਰਾ ਲੈਂਦੇ ਨੇ, ਅਮੂਮਨ ਤੌਰ ਤੇ ਹੁੰਦਾ ਕਿ ਚੰਡੀਗੜ੍ਹ ਹੱਬ, ਜਿਵੇਂ ਤੁਸੀਂ ਕਿਹਾ ਕਿ ਆਖਰਕਾਰ ਹਰੇਕ ਕੋਈ ਆਉਂਦਾ ਵੀ ਹਾਈ ਕੋਰਟ ਪਹੁੰਚ ਜੀ, ਆਪਾਂ ਕਹਿ ਰਾਂ ਹਾਈ ਕੋਰਟ ਦੇ ਬਾਹਰ ਵੀ ਕਈ ਵਾਰ ਇੱਕ ਦੋ ਵਾਰੀ ਰੌਲਾ ਦੇਖਿਆ, ਥੋੜਾ ਬਹੁਤਾ ਪਰਿਵਾਰਾਂ ਦਾ ਹੋ ਜਾਂਦਾ, ਆਪਸੀ ਨਾਰਾਜ਼ਗੀਆਂ ਹੋ ਜਾਂਦੀਆਂ ਨੇਗੀਆਂ। ਉਹਨਾਂ ਦੇ ਵਿੱਚ ਜੇ ਦੇਖਿਆ ਜਾਵੇ, ਜੇ ਕੋਈ ਮੁੰਡਾ ਕੁੜੀ ਭੱਜ ਕੇ ਵਿਆਹ ਕਰਾਉਂਦੇ ਨੇ, ਉਹਨਾਂ ਕੋਲ ਕੀ ਰਾਈਟਸ ਨੇ? ਤੇ ਦੂਜੇ ਪਾਸੇ ਜੇਕਰ ਫੈਮਿਲੀ ਚਾਹੁੰਦੀ ਹੈ, ਕੀ ਕੋਈ ਦਬਾਅ ਬਣਾ ਸਕਦੀ ਹੈ ਉਹਨਾਂ ਤੇ? ਸਰ ਇੱਦਾਂ 18 ਸਾਲ ਨੂੰ ਏਜ ਆਫ ਲੀਗਲ ਮੈਜੋਰਿਟੀ ਆਪਾਂ ਕਾਨੂੰਨਾਂ ਨੇ ਡਿਕਲੇਅਰ ਕੀਤਾ ਹੋਇਆ। 18 ਸਾਲ ਦੇ ਵਿਅਕਤੀ ਆਪਣੀ ਮਰਜ਼ੀ ਨਾਲ ਕੁਝ ਵੀ ਕਰੇ ਸਰ, ਕਾਨੂੰਨੀ ਹੋਵੇ, ਬਟ ਉਹ ਸੋਸਾਇਟੀ ਜਾਂ ਮੋਰਲ ਦੇ ਉੱਤੇ ਬੇਸ ਨਹੀਂ ਹੈ ਸਰ। ਕਾਨੂੰਨੀ ਹੋਵੇ, ਉਹ ਕੁਝ ਵੀ ਕਰ ਸਕਦੇ ਨੇ ਆਪਣੀ ਮਰਜ਼ੀ ਨਾਲ। ਜਿਹੜਾ ਕਿਡਨੈਪਿੰਗ ਦਾ ਪਰਚਾ ਦੇ ਦਿੰਦੀ ਆ, ਬਹੁਤ ਸੋਹਣੇ ਨੇ ਇਸ ਤਰ੍ਹਾਂ। ਕੀ ਹੁੰਦਾ ਸਰ, ਆਪਣੀ ਨਾ CRPC ਦੀ ਇੱਕ ਗੋਰਿਆਂ ਦੀ ਬਣਾਈ ਹੋਈ, ਅੰਗਰੇਜ਼ਾਂ ਦੀ ਬਣਾਈ ਹੋਈ ਇੱਕ ਧਾਰਾ ਹੈਗੀ, ਉਹਨੂੰ 751 ਕਹਿੰਦੇ ਆ ਆਪਾਂ, ਅਮੂਮਨ ਤੌਰ ਤੇ 751 ਕਹਿੰਦੇ ਆ, ਬੇਸਿਕਲੀ ਉਹ 109 CRPC ਹੁੰਦੀ ਹੈ। 107, 151, 109, ਇਹ ਤਿੰਨ ਸ਼ਾਰਟ ਫਾਰਮ 'ਚ 751 ਕਹਿੰਦੇ। ਪੁਲਿਸ ਨੇ 751 ਲਾਤੀ, ਤੇ ਜੀ ਹੁਣ 751 ਲਾਤੀ, 751 109 ਧਾਰਾ CRPC ਦੀ ਤਾਂ ਲੱਗਦੀ ਹੈ ਜੇ ਕੋਈ ਬੰਦਾ ਆਪਣੀ ਆਈਡੈਂਟੀਟੀ ਨੂੰ ਕੰਸੀਲ ਕਰੇ। ਜੇ ਦੋ ਬੰਦੇ, ਇੱਕ ਮਤਲਬ ਮੁੰਡਾ ਕੁੜੀ ਕਿਸੇ ਹੋਟਲ 'ਚ ਜਾਂ ਕਿਸੇ ਪ੍ਰਾਈਵੇਟ ਪਲੇਸ 'ਚ, ਕਿਸੇ ਪਾਰਕ 'ਚ, ਓਪਨ 'ਚ, ਪਬਲਿਕ 'ਚ ਕੋਈ ਓਬਸੀਨਿਟੀ ਨਹੀਂ ਕਰ ਰਹੇ, ਤੇ ਪੁਲਿਸ ਵਾਲੇ ਇਹਨਾਂ ਨੂੰ ਚੱਕ ਕੇ ਲੈ ਜਾਂਦੇ ਨੇ। ਆਪਾਂ ਨੂੰ ਸੁਣਨ 'ਚ ਆਉਂਦਾ ਵੀ ਫਲਾਣੇ ਹੀ ਬੰਦਿਆਂ ਦਾ ਦਲ ਚੱਕ ਕੇ ਲੈ ਗਿਆ, ਫਲਾਣੇ ਬੰਦਿਆਂ ਦਾ ਦਲ ਚੱਕ ਕੇ ਲੈ ਗਿਆ। ਉਹ ਬੇਸਿਕਲੀ ਇਲੀਗਲ ਹੈ। ਭਾਵੇਂ ਕੋਈ ਸੋਸ਼ਲ ਸ਼ਾਇਦ ਬੋਲਦੇ ਡਰ ਜਾਂਦੇ ਨੇ, ਲੋਕ ਡਰਦੇ ਨੇ ਆਪਣੀ ਇੱਜ਼ਤ ਤੋਂ, ਕਿਉਂਕਿ ਲੋਕਾਂ ਨੂੰ ਆਪਣੀ ਇੱਜ਼ਤ ਤੋਂ ਉਹ ਬੰਦਾ ਡਰਦਾ ਜਿਹਨੂੰ ਅਧਿਕਾਰਾਂ ਦਾ ਨਹੀਂ ਪਤਾ ਹੁੰਦਾ। ਇਹ ਸਾਡੀ ਕਿਤਾਬ 'ਚ ਅਸੀਂ ਅਧਿਕਾਰ ਲੋਕਾਂ ਦੇ ਜਾਗਰੂਕ ਕਰਾਏ। ਪਰ ਇਹ ਜਿਹੜਾ ਪ੍ਰੋਸਟੀਟਿਊਸ਼ਨ ਦੀ ਜੇ ਦੁਬਾਰੇ ਗੱਲ ਕਰੀਏ, ਪ੍ਰੋਸਟੀਟਿਊਸ਼ਨ ਦੇ ਵਿੱਚ ਅਮੂਮਨ ਤੌਰ ਤੇ ਕਈ ਕਿੱਸੇ ਇਸ ਤਰ੍ਹਾਂ ਦੇ ਦੇਖੇ ਗਏ ਨੇ ਕਿ ਆਖਰਕਾਰ ਕੋਈ ਬੰਦਾ ਹੈ, ਕੋਈ ਕਿਸੇ ਨੂੰ ਪੈਸਿਆਂ ਤੇ ਲੇਡੀ ਨੂੰ ਲੈ ਆਇਆ, ਉਦੋਂ ਬਾਅਦ ਚ ਪੈ ਜਾਂਦਾ ਰੌਲਾ, ਉਹ ਫਿਰ ਪੁਲਿਸ ਕਹਿ ਦਿੰਦੀ ਹੈ ਵੀ ਨਹੀਂ ਜੀ ਤੈਨੂੰ ਤੇ ਦਾ ਰੇਪ ਕਰਿਆ। ਉਹਦੇ 'ਚ ਕੋਈ ਬੰਦਿਆਂ ਕੋਲ ਰਾਈਟਸ ਬਚਦੇ ਨੇ, ਜਾਂ ਫਿਰ ਇਹੀ ਹੈ ਵੀ ਉਹ ਜਾਂ ਤਾਂ ਪਹਿਲਾਂ ਦੀ ਕਮਿਟਮੈਂਟ ਪੂਰੀ ਕਰੇ, ਦੂਜੇ ਪਾਸੇ ਜਾਂ ਫਿਰ ਉਹਦੇ ਨਾਲ ਕੋਈ ਸਮਝੌਤਾ ਕਰ ਲੇ? ਸਰ ਦੇਖੋ, ਹੁੰਦੇ ਤਾਂ ਸਮਝੌਤੇ ਹੀ ਨੇ ਬਾਅਦ 'ਚੋਂ, ਪ੍ਰੈਕਟੀਕਲੀ ਦੇਖਿਆ ਜਾਵੇ, ਕਿਉਂਕਿ ਹਰ ਬੰਦੇ ਨੂੰ ਆਪਣੀ ਇੱਜ਼ਤ ਜ਼ਿਆਦਾ ਪਿਆਰੀ ਹੁੰਦੀ ਹੈ। ਬਟ ਇਸ ਪੂਰੇ ਕੇਸ ਦੇ ਵਿੱਚ ਨਾ, ਇਸ ਸਿਨੈਰੀਓ 'ਚ ਬੇਸਿਕਲੀ ਇਨਵੈਸਟੀਗੇਟਿੰਗ ਅਥਾਰਟੀਜ਼, ਪੁਲਿਸ ਅਥਾਰਟੀਜ਼ ਦਾ ਰੋਲ ਬਹੁਤ ਜ਼ਿਆਦਾ ਅਹਿਮ ਹੈ। ਉਹ ਇੱਕ ਕੇਸ ਨੂੰ, ਪੁਲਿਸ ਦਾ ਰੋਲ ਹੈਗਾ ਕਿ ਜੀ ਸੋਸਾਇਟੀ ਦੇ ਵਿੱਚ ਸ਼ਾਂਤੀ ਹੋਵੇ, ਲਾਅ ਐਂਡ ਆਰਡਰ ਮੇਨਟੇਨ ਹੋਵੇ, ਬਟ ਉਹ ਇਹ ਚੀਜ਼ ਨੂੰ ਐਕਸਪੈਂਡ ਕਰ ਦਿੰਦੇ ਨੇ ਆਪਣੇ ਆਪਸੀ ਕਾਰਨਾਂ ਕਰਕੇ। ਤੇ ਇਸ ਕਰਕੇ ਉਹਨਾਂ ਪੁਲਿਸ ਵਾਲਿਆਂ ਤੇ ਕੀ ਐਕਸ਼ਨ ਹੋ ਸਕਦਾ ਹੈ, ਉਹ ਸਾਰੀ ਚੀਜ਼ ਆਪਾਂ ਡਿਸਕਸ ਕੀਤੀ ਹੋਈ ਹੈ। ਲਾਸਟ ਚੈਨਿਕ ਜੀ ਦੱਸ ਦਿਓ ਕਿ ਇੱਕ ਬਹੁਤ ਸਾਰਾ ਚੱਲਣ ਚੱਲਿਆ ਹੋਇਆ ਹੈ, ਉਹ ਖੈਰ ਇਹਦੇ ਨਾਲ ਜੁੜਿਆ ਹੈ ਵੀ ਤੇ ਨਹੀਂ ਵੀ, ਦੋਨੇ ਚੀਜ਼ਾਂ, ਕਿਉਂਕਿ ਤੁਸੀਂ ਇਹਦੇ ਪੂਰੇ ਸੈਕਸ ਲਾਅ ਤੇ ਕੰਮ ਕਰਿਆ। ਸੋਸ਼ਲ ਨੈਟਵਰਕਿੰਗ ਸਾਈਟਸ ਤੇ ਅਸੀਂ ਦੇਖ ਰਹੇ ਹਾਂ, ਜਾਂ ਸੋਸ਼ਲ ਨੈਟਵਰਕਿੰਗ ਤੋਂ ਹਟ ਜੀ ਤਾਂ ਪਾਰਟੀਕੂਲਰਲੀ ਜਿਹੜੀ ਪੋਰਨ ਸਾਈਟਸ ਹੈਗੀਆਂ ਨੇਗੀਆਂ, ਉਹਦੇ ਉੱਤੇ ਬਹੁਤ ਸਾਰੇ ਲੋਕ, ਜਿਵੇਂ ਕਹਿ ਦਈਏ ਵੀ ਇੰਡੀਅਨ 'ਚ ਵੀ ਬਹੁਤ ਜ਼ਿਆਦਾ ਹੋੜ ਲੱਗੀ ਹੋਈ ਹੈ, ਵੀਡੀਓਜ਼ ਬਣਾ ਕੇ ਪਾ ਰਹੇ ਨੇ। ਇਹ ਜੇ ਦੇਖਿਆ ਜਾਵੇ ਕਿਤੇ ਤੱਕ ਲੀਗਲੀ ਹੈ, ਤੇ ਕਈ ਲੋਕ, ਕਿਉਂਕਿ ਇਹ ਮੈਂ ਤਾਂ ਪੁੱਛ ਰਿਹਾ ਕਿਉਂਕਿ ਕਈ ਲੋਕ ਉਹਨਾਂ ਨੂੰ ਦੇਖ ਕੇ ਉਹਨਾਂ ਨੇ ਬਣਾਉਣੀਆਂ ਸ਼ੁਰੂ ਕਰਤੀਆਂ ਨੇ ਅੱਗੇ ਲੋਕਾਂ ਨੇ, ਵੀ ਇਹਨਾਂ ਨੇ ਪਾਇਆ ਹੋਇਆ ਜੀ ਅਸੀਂ ਵੀ ਪਾਈਏ, ਲੋਕਾਂ 'ਚ ਹੋੜ ਮੱਚੀ ਹੋਈ ਆ। ਉਹ ਕਿੱਥੇ ਤੱਕ ਲੀਗਲ ਆ ਤੇ ਕਿੱਥੇ ਤੱਕ ਇਲੀਗਲ ਹੈਗਾ? ਕੀ ਤੁਸੀਂ ਇਸ ਤਰ੍ਹਾਂ ਦੀ ਕੋਈ ਵੀਡੀਓਗ੍ਰਾਫੀ ਕਰ ਸਕਦੇ ਹੋ? ਸਰ ਇੱਦਾਂ, ਆਪਣਾ IPC ਦੇ ਵਿੱਚ ਨਾ
ਜਸਟਿਸ ਵਰਮਾ ਕਮੇਟੀ ਆਈ ਸੀਗੀ ਜਦ ਦਿੱਲੀ ਗੈਂਗ ਰੇਪ ਕੇਸ ਹੋਇਆ ਸੀਗਾ। ਉਹਦੇ ਵਿੱਚ ਬਹੁਤ ਸਾਰੀ ਸੈਕਸ਼ਨਸ, ਖਾਸ ਤੌਰ ਤੇ ਸੈਕਸ਼ਨ 354 ਆਈਪੀਸੀ ਤੇ ਸੈਕਸ਼ਨ 376 ਆਈਪੀਸੀ, ਇਹਨਾਂ ਦੇ ਵਿੱਚ ਨਾ ਕੈਟੇਗਰੀਜ਼, ਸਪੈਸ਼ਲ ਕੈਟੇਗਰੀਜ਼ ਬਣਾਤੀਆਂ ਸੀਗੀਆਂ। ਹੁਣ ਜੇ ਇੱਕ ਕਪਲ ਆਪਣੇ ਘਰ ਦੀ ਚਾਰ ਦੀਵਾਰੀ ਦੇ ਵਿੱਚ, ਆਪਣੇ ਪ੍ਰਾਈਵੇਟ ਸਪੇਸ ਦੇ ਵਿੱਚ ਕੋਈ ਵੀ ਵੀਡੀਓ ਬਣਾ ਰਿਹਾ ਹੈ, ਪਰਮਿਸਿਬਲ ਹੈ। ਜੇ ਕੋਈ ਹੁਣ ਉਹਨਾਂ ਦੋਨਾਂ ਦੇ ਵਿੱਚੋਂ, ਕਪਲਾਂ ਵਿੱਚੋਂ ਕੋਈ ਉਹਨੂੰ ਨੈੱਟ ਤੇ ਪਾ ਦਿੰਦਾ ਹੈ ਵਿਦਆਊਟ ਦੀ ਕੰਸੈਂਟ ਆਫ ਦੈਟ ਅਦਰ ਪਰਸਨ, ਬਹੁਤ ਹੀਨੀਅਸ ਅਫੈਂਸ ਹੈ ਸਰ। ਪਰ ਜੇ ਕੰਸੈਂਟ ਲੈ ਕੇ ਪਾ ਦਿੰਦਾ, ਜੇ ਦੋਨੇ ਸਹਿਮਤ ਹੋ ਕੇ ਪਾ ਦਿੰਦੇ ਨੇ, ਫਿਰ ਉਹਦਾ ਕੀ ਹੈ ਸਰ? ਕੰਸੈਂਟ ਹੋ ਕੇ ਬੇਸਿਕਲੀ ਕੀ ਹੈ ਸਰ, ਰੈਗੂਲੇਸ਼ਨ, ਆਨਲਾਈਨ ਨੈੱਟ ਦੀ ਕੋਈ ਰੈਗੂਲੇਸ਼ਨ ਨਹੀਂ ਹੈ ਸਰ। ਬਹੁਤ ਸਾਰੀ ਪੌਨ ਸਾਈਟਸ ਨੇ ਸਾਡੇ, ਡੀਓਪੀਟੀ ਨੇ, ਡੀਓਪੀਟੀ ਮੈਂ ਗਲਤ ਕਹਿ ਗਿਆ ਸਰ, ਟੈਲੀਕਮਿਊਨੀਕੇਸ਼ਨ ਅਥਾਰਟੀਜ਼ ਨੇ ਬੈਨ ਕੀਤੀਆਂ ਹੋਈਆਂ ਨੇ। ਇੱਦਾਂ ਕਰਕੇ ਸਰ ਹੌਲੀ ਹੌਲੀ ਉਹ ਕੱਢ ਰਹੇ ਨੇ ਪੌਨ ਸਾਈਟਸ ਦੇ ਉੱਤੇ। ਤਾਂ ਬੇਸਿਕਲੀ ਗਵਰਨਮੈਂਟ ਕੰਟਰੋਲ ਨੂੰ ਹੀ ਆਪਾਂ ਨੂੰ ਬੇਸਿਕਲੀ ਚਾਹੀਦਾ। ਮੇਰੇ ਇਹਦੇ ਵਿੱਚ ਪੁੱਛਣ ਦਾ ਮਤਲਬ ਇਹ ਸੀਗਾ ਵੀ ਜਿਵੇਂ ਦੋ ਜਣਿਆਂ ਨੇ ਤਾਂ ਸਹਿਮਤੀ ਨਾਲ ਚਲੋ ਕਿਤੇ ਪਾ ਵੀ, ਪਹਿਲੀ ਗੱਲ ਤਾਂ ਪਾਉਣਾ ਚਾਹੀਦਾ ਨਹੀਂ ਹੈਗਾ, ਪਰ ਜੇਕਰ ਕਿਤੇ ਚਲਾ ਵੀ ਗਿਆ ਉਹ ਤੇ ਜੇ ਕੋਈ ਥਰਡ ਬੰਦਾ ਕੰਪਲੇਂਟ ਕਰੇ, ਕਰ ਸਕਦਾ ਤੀਸਰਾ ਜਾਣਾ? ਯਾਨੀ ਕਿ ਜੇ ਆਪਾਂ ਦੋ ਜਣੇ ਆ, ਤੀਸਰਾ ਕੋਈ ਬੰਦਾ ਕਰ ਸਕਦਾ? ਸਰ ਦੇਖੋ, ਦੀ ਵਰਡ ਆਫ ਦੀ ਡੇ ਇਜ਼ ਪਬਲਿਕ ਓਬਸਕੀਨਿਟੀ। ਉਹ ਜੇ ਹੁਣ ਤੁਸੀਂ ਉਹੀ ਵੀਡੀਓ ਤੁਸੀਂ ਜਾ ਕੇ ਸੰਗਤਾਂ 'ਚ ਮੇਲਿਆਂ 'ਚ ਚਲਾ ਦਿਓ, ਉਹ ਗਲਤ ਹੈ, ਠੀਕ ਹੈ ਨਾ ਜੀ। ਹੁਣ ਇੰਡੀਆ ਦੇ ਵਿੱਚ ਆਪਾਂ ਇੰਡੀਆ ਹੀ ਮੰਨਦੇ ਹਾਂ ਜੀ। ਹੁਣ ਦਿੱਲੀ, ਚੰਡੀਗੜ੍ਹ, ਹਾਈ ਮੈਟਰੋਪੋਲੀਟਨ ਸਿਟੀਜ਼ 'ਚ ਤੁਸੀਂ ਕਿਸੇ ਵੀ ਤਰੀਕੇ ਦੇ ਕੱਪੜੇ ਪਾ ਕੇ ਕਿਤੇ ਵੀ ਜਾ ਸਕਦੇ ਹੋ, ਠੀਕ ਹੈ ਨਾ ਜੀ। ਬਟ ਹਰ ਥਾਂ ਦੀ ਮਰਿਆਦਾ ਹੁੰਦੀ ਹੈ। ਹੁਣ ਕੋਈ ਬੰਦਾ ਬੋਲੇ ਕਿ ਜੀ ਗੁਰਦੁਆਰੇ 'ਚ ਨਹੀਂ ਪਾ ਕੇ ਜਾਣਾ, ਠੀਕ ਹੈ ਨਾ ਜੀ, ਤੇ ਉਹ ਚੀਜ਼ ਬੰਦੇ ਨੂੰ ਆਪਣਾ ਕਪਲਸ ਨੂੰ ਦੇਖਣੀਆਂ ਪੈਣਗੀਆਂ ਵੀ ਬੇਸਿਕਲੀ ਓਬਸੀਨਿਟੀ ਹੁੰਦੀ ਹੈ ਸੋਸਾਇਟੀ ਦੇ ਹਿਸਾਬ ਨਾਲ। ਕਿਸੇ ਸੋਸਾਇਟੀ ਦੇ ਵਿੱਚ ਉਹ ਚੀਜ਼ ਓਬਸੀਨ ਨਹੀਂ ਹੋ ਸਕਦੀ, ਕਿਸੇ ਸੋਸਾਇਟੀ 'ਚ ਉਹ ਚੀਜ਼ ਓਬਸੀਨ ਹੋ ਸਕਦੀ ਹੈ। ਹੁਣ ਅਮਰੀਕਾ 'ਚ ਬਾਹਰ ਸਾਰੇ ਗ੍ਰੀਟ ਕਰਦੇ ਨੇ, ਇੱਕ ਦੂਜੇ ਨੂੰ ਕਿਸ ਕਰਕੇ ਗ੍ਰੀਟ ਕਰਦੇ ਨੇ। ਉਹ ਇੰਡੀਅਨ ਸੋਸਾਇਟੀ ਦੇ ਵਿੱਚ ਹਾਈ ਸਰਕਲ 'ਚ ਚੱਲਦਾ। ਬਟ ਹੁਣ ਤੁਸੀਂ ਬੋਲੋਗੇ ਜੀ ਅਸੀਂ ਇੱਕੋ ਹੀ ਰੂਲ ਨੂੰ ਹਰ ਕਿਤੇ ਦੇਰ ਲਈ, ਇਦਾਂ ਨਹੀਂ ਹੁੰਦਾ ਸਰ। ਸੋਸਾਇਟੀ ਦੇ ਨਾਲ ਓਬਸੀਨਿਟੀ ਡਿਫਾਈਨ ਹੁੰਦੀ ਹੈ। ਬਿਲਕੁਲ, ਬਹੁਤ ਸਾਰੀਆਂ ਚੀਜ਼ਾਂ ਜੇ ਕਹੀਏ ਕਿ ਕਾਨੂੰਨ ਦੇ ਦਾਇਰੇ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੁੰਦੀਆਂ, ਪਰ ਚਰਚਾ ਉਹਨਾਂ ਤੇ ਦੂਜੇ ਪਾਸੇ ਜਾਗਰੂਕਤਾ ਇਹ ਵੀ ਹੀ ਕਹਾਂਗੇ ਇਸ ਚੀਜ਼ ਨੂੰ, ਕਿਉਂਕਿ ਜਦੋਂ ਪੜ੍ਹ ਕੇ ਤੁਸੀਂ ਪਤਾ ਲੱਗੂ ਤੁਹਾਨੂੰ ਆਖਰੀ ਤੁਹਾਡੇ ਰਾਈਟਸ ਕੀ ਨੇਗੇ। ਸਭ ਤੋਂ ਵੱਡੀ ਗੱਲ ਤਾਂ ਜੇ ਕਹੀਏ ਤਾਂ ਪੂਰੀ ਕੁੱਲ ਮਿਲਾ ਕੇ ਸਮਝ ਆਉਂਦੀ ਹੈ ਵੀ ਕਦੇ ਵੀ ਆਪਦੀ ਆਈਡੈਂਟੀਟੀ ਗਲਤ ਨਾ ਦੱਸੋ ਡਰ ਕੇ। ਦੂਜੇ ਪਾਸੇ ਇਹ ਹੈ ਕਿ ਆਖਰਕਾਰ ਜਦੋਂ ਸਹਿਮਤੀ ਦੋ ਤਰ੍ਹਾਂ ਦੇ ਵਿੱਚ ਹੋਵੇ ਫਿਰ ਕੋਈ ਪੰਗਾ ਨਹੀਂ ਛੱਡਦਾ। ਫਿਰ ਜੇ ਕਿਤੇ ਪਾਸੇ ਸਹਿਮਤੀ ਹੋ ਜਾਏ ਤਾਂ ਫਿਰ ਉਹ ਜਾਂ ਤਾਂ ਉਹਦਾ ਹੱਲ ਸਮਝੌਤਾ ਜਾਂ ਫਿਰ ਕੋਰਟ ਹੈ। ਵੀਡੀਓ ਜਰਨਲਿਸਟ ਸੂਰਜਨਾਥ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।